ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਕਾਰ ਹੋਤ ਨਿਤ ਬਾਪਿਕਾ ਕਰਹਿ ਪ੍ਰੇਮ ਸੋ ਦਾਸ। ਕਿਰਪਾ ਦ੍ਰਿਸ਼ਟ ਜਿਸ ਕੋ ਪਿਖਤ ਤਿਸ ਕੇ ਗਿਆਨ ਪ੍ਰਕਾਸ਼। ਕਾਰ ਹੋਤ ਨਿਤ ਬਾਪਿਕਾ ਕਰਹਿ ਪ੍ਰੇਮ ਸੋ ਦਾਸ। ਕਿਰਪਾ ਦ੍ਰਿਸ਼ਟ ਜਿਸ ਕੋ ਪਿਖਤ ਤਿਸ ਕੇ ਗਿਆਨ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਮੇਰਾ ਅੰਤਾਂ ਦਾ ਸਾਗਰ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ
ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰਾਂ ਦੇ ਸੰਧਿਆ ਦੇ ਸੱਜ ਰਹੇ ਦੀਵਾਨ ਅੰਦਰ ਗੁਰੂ ਗਰੀਬ ਨਵਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਨਕੇ ਭਾਗ ਵੱਡੇ ਹੈ ਭਾਈ, ਤੈਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਨੇ ਤਰੁੱਠ ਕਰਕੇ ਸਤ ਸੰਗਤ ਦੀਆਂ ਕੜੀਆਂ ਮਾਨਣੇ ਦਾ ਪਾਵਨ ਪਵਿੱਤਰ ਸੁਭਾਗ ਬਖਸ਼ਿਸ਼ ਕੀਤਾ ਹੈ। ਜਿਸ ਸਤ ਸੰਗਤ ਵਿੱਚ ਬੈਠ ਕਰਕੇ ਹਰੀ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਘਾ ਗਾਉਣੇ ਦਾ ਸੁਣਨੇ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਔਰ ਹਰੀ ਦਾ ਨਾਮ ਕੋਈ ਗਾਵੇ ਕੋਈ ਸੁਣੇ, ਉਹਦਾ ਫਲ ਮਹਾਰਾਜ ਬੇਅੰਤ ਦੱਸਦੇ ਹੈ। ਕਿੰਨਾ ਫਲ ਹੈ, ਜਿੰਨਾ ਕਰੋੜਾਂ ਕੀਤੇ ਹੋਏ ਵਿਧੀ ਪੂਰਵਕ ਜੱਗਾਂ ਦਾ ਫਲ ਹੁੰਦਾ। ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਰਮੇ ਹੋਏ ਪ੍ਰਭੂ ਦੀ ਸਿਫਤ ਸਲਾਘਾ ਗਾਉਣ ਦਾ ਔਰ ਸੁਣਨੇ ਦਾ ਇੰਨਾ ਫਲ ਹੈ। ਕਰੋੜਾਂ ਯੱਗਾਂ ਦਾ ਵੀ ਖਾਲਸਾ ਜੀ ਉਹਨਾਂ ਫਲ ਨਹੀਂ। ਆਪਾਂ ਵਡਭਾਗੇ ਹਾਂ ਨਿਤਾ ਪ੍ਰਤੀ ਗੁਰੂ ਦਰਬਾਰਾਂ ਅੰਦਰ ਚੋਜੀ ਪ੍ਰੀਤਮ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਕੀਰਤ ਵਡਿਆਈ ਸ਼ਰਵਣ ਕਰਨ ਵਾਸਤੇ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਆਪਾਂ ਮਾਈ ਭਾਈ ਸਭ ਮਾਣਦੇ ਹਾਂ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਇਤਿਹਾਸਕ ਗਾਥਾ ਦਾ ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਸੁਣਿਆ ਅਰ ਵਿਚਾਰਿਆ। ਬੌਲੀ ਸਾਹਿਬ ਦੀ ਪਾਵਨ ਪਵਿੱਤਰ ਕਾਰ ਸੇਵਾ ਮਹਾਰਾਜ ਦੀਆਂ ਆਰੰਭੀ ਹੈ। 7 ਸਾਲ ਤੀਕਰ ਬੌਲੀ ਸਾਹਿਬ ਦੀ ਪਾਵਨ ਪਵਿੱਤਰ ਸੇਵਾ ਚੱਲਦੀ ਰਹੀ, ਜਿਹਦੇ ਵਿੱਚ ਬੇਅੰਤ ਸਿੱਖਾਂ ਨੇ ਮਾਈ ਭਾਈ ਬੱਚੇ ਬੁੱਢਿਆਂ ਚਾਰੇ ਵਰਨਾਂ ਚਾਰੇ ਆਸ਼ਰਮਾਂ ਸਾਰਿਆਂ ਧਰਮਾਂ ਸਾਰਿਆਂ ਭੇਖਾਂ ਦੇ ਸਾਧੂਆਂ ਮਹਾਂਪੁਰਖਾਂ ਨੇ ਆ ਕਰਕੇ ਟੋਕਰੀ ਦੀ ਸੇਵਾ ਕੀਤੀ। ਆਪਣੇ ਮਨੁੱਖੇ ਦੇਹੀ ਸਰੀਰ ਨੂੰ ਸਫਲਿਆਂ ਬਣਾਇਆ। ਵਿੱਚ ਕਵੀ ਨੇ ਇੱਕ ਪ੍ਰਸੰਗ ਅੰਕਿਤ ਕੀਤਾ ਕਿ ਗੰਗੋ ਸ਼ਾਹ ਨਾਮ ਦਾ ਇੱਕ ਸ਼ਾਹੂਕਾਰ ਜਿਹੜਾ ਕਾਫੀ ਧਨਾੜ ਸੀ, ਲਾਹੌਰ ਦੇ ਵਿੱਚ ਸ਼ਾਹੂਕਾਰੀ ਕੋਠੀ ਪਾ ਕੇ ਰਹਿੰਦਾ। ਮਾਇਆ ਦੇਣ ਲੈਣ ਦਾ ਕਾਫੀ ਸੋਹਣਾ ਕੰਮ ਕਾਰੋਬਾਰ ਇਸ ਦਾ ਚੱਲਿਆ ਹੋਇਆ ਹੈ। ਔਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਸਦਕਾ ਇੱਧਰ ਬੌਲੀ ਦੀ ਸੇਵਾ ਚੱਲ ਰਹੀ ਹੈ। ਇਹ ਗੰਗੋ ਸ਼ਾਹੀ ਬੱਸੀ ਖੱਤਰੀ ਗੋਤ ਜਾਤ ਦਾ ਹੈ ਔਰ ਇਹ ਸ਼ਾਹੂਕਾਰੀ ਦਾ ਕੰਮ ਸੋਹਣਾ ਕਰਦਾ ਹੈ। ਕੋਈ ਸਮਾਂ ਬਣਿਆ ਤੇ ਇਹਦਾ ਕੰਮ ਜਿਹੜਾ ਸ਼ਾਹੂਕਾਰੀ ਦਾ ਉਹ ਡਿੱਗਣ ਲੱਗਿਆ। ਕੁਝ ਹੀ ਦਿਨਾਂ ਦੇ ਵਿੱਚ ਇਹਦਾ ਸਾਰਾ ਪੈਸਾ ਮਾਇਆ ਕਾਰੋਬਾਰ ਬਰਬਾਦ ਹੋਇਆ। ਜਦੋਂ ਬਿਲਕੁਲ ਕੱਖੋਂ ਹੌਲਾ ਹੋ ਗਿਆ, ਕੋਈ ਮਾਇਆ ਨਾ ਰਹੀ ਤੇ ਪਰਿਵਾਰ ਰਿਸ਼ਤੇਦਾਰ ਹੋਰ ਦੋਸਤ ਮਿੱਤਰ ਵੀ ਸਾਥ ਛੱਡ ਗਏ।
ਇਹਨੇ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਸੁਣੀ ਸੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਪਰਮੇਸ਼ਰ ਦਾ ਸਾਖਿਆਤ ਸਰੂਪ ਬਾਉਲੀ ਸਾਹਿਬ ਦੀ ਸੇਵਾ ਕਰਵਾ ਰਹੇ ਹੈ। ਇਹ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆਇਆ, ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ, ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਮਹਾਰਾਜ ਮੈਂ ਸ਼ਾਹੂਕਾਰੀ ਦਾ ਕੰਮ ਕਰਦਾ, ਬੜਾ ਸੁੰਦਰ ਕਾਰੋਬਾਰ ਸੀ, ਪਰ ਕੁਝ ਮਹੀਨਿਆਂ ਦਿਨਾਂ ਵਿੱਚ ਹੀ ਮਹਾਰਾਜ ਮੈਂ ਕੱਖੋਂ ਹੌਲਾ ਹੋ ਗਿਆ, ਘਰ-ਬਾਰ ਵੀ ਸਭ ਵਿਕ ਗਿਆ ਹੈ, ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਹੀ ਸਾਥ ਛੱਡ ਗਏ ਹੈ, ਮੇਰੇ ਤੇ ਮਹਾਰਾਜ ਕਿਰਪਾ ਕਰੋ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਆਖਿਆ, ਭਈਏ ਗੰਗੋ ਬਚਨ ਮੰਨ ਕੇ ਇੱਥੋਂ ਸਮਾਨ ਸੱਪਾ ਜਿੰਨਾ ਕੁ ਹੈ ਵੇਚ ਵੱਟ ਕੇ ਦਿੱਲੀ ਚਲਾ ਜਾ, ਪਰ ਦਿੱਲੀ ਨਗਰ ਵਿੱਚ ਜਾ ਕੇ ਸ਼ਾਹੂਕਾਰੀ ਕੋਠੀ ਲੈ ਲਾ, ਆਪੇ ਹੀ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਤੇਰੇ ਕਾਰੋਬਾਰ ਵਿੱਚ ਬੁਲੰਦੀਆਂ ਬਖਸ਼ਣਗੇ। ਤੂੰ ਗਰੀਬਾਂ ਲੋੜਵੰਦਾਂ ਸਿੱਖਾਂ ਦੀ ਸੇਵਾ ਕਰਨੀ ਨਾ ਭੁੱਲੀ। ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਇਹ ਦਿੱਲੀ ਜਾ ਵਸਿਆ। ਉੱਥੇ ਇਹਨੇ ਉਹ ਸ਼ਾਹੂਕਾਰਾਂ ਦੀ ਜਿੱਥੇ ਕੋਈ ਗਲੀ ਹੁੰਦੀ ਆ ਉੱਥੇ ਕੋਠੀ ਲੈ ਲਈ ਹੈ, ਉੱਥੇ ਵਸਿਆ। ਔਰ ਕੁਝ ਕੁ ਦਿਨ ਉਡੀਕ ਕੀਤੀ। ਮਹਾਰਾਜ ਦਾ ਬਚਨ ਜਦੋਂ ਸਫਰ ਹੋਇਆ, ਇੱਕ ਮੁਗਲ ਲੱਖ ਮੋਹਰ ਖੱਚਰ ਤੇ ਲੱਦ ਕੇ ਇਸ ਗਲੀ ਵਿੱਚ ਆਇਆ। ਉਹ ਸਭ ਨੂੰ ਕਹਿੰਦਾ ਮੈਨੂੰ ਇੱਕੋ ਹੀ ਹੁੰਡੀ ਕਰਕੇ ਦਿਓ, ਦਰਸ਼ਨੀ ਹੁੰਡੀ। ਉਸ ਦਿਨ ਆਪ ਜੀ ਨੂੰ ਦੱਸਿਆ ਸੀ, ਹੁਣ ਜਿਵੇਂ ਆਪਾਂ ਇੱਕ ਬੈਂਕ 'ਚੋਂ ਮਾਇਆ ਲੈਣ ਵਾਸਤੇ ਕਿਸੇ ਹੋਰ ਸਟੇਟ ਵਿੱਚ ਵੀ ਹੋਈਏ ਤੇ ਮਾਇਆ ਲੈ ਸਕਦੇ ਹਾਂ ਉਸੇ ਬੈਂਕ ਤੋਂ। ਉਦੋਂ ਇਹੋ ਜਿਹੇ ਪ੍ਰਬੰਧ ਨਹੀਂ ਸਨ। ਇਹਨੇ ਮੁਗਲ ਨੇ ਲਾਹੌਰ ਕੋਈ ਵਪਾਰ ਕੋਈ ਸਮਾਨ ਖਰੀਦਣਾ ਸੀ, ਲੱਖ ਮੋਹਰ ਨਾਲ ਲਿਜਾ ਨਹੀਂ ਸੀ ਸਕਦਾ ਦਿੱਲੀਓਂ, ਚੋਰੀ ਲੁੱਟ ਦੇ ਡਰ ਕਾਰਨ। ਇਸ ਕਰਕੇ ਇਹਨੇ ਉਹ ਚਾਹਿਆ ਵੀ ਮੈਨੂੰ ਇੱਥੋਂ ਕੋਈ ਦਰਸ਼ਨੀ ਹੁੰਡੀ ਲਿਖ ਕੇ ਦੇ ਦੇਵੇ, ਲਾਹੌਰ ਦੇ ਸ਼ਾਹੂਕਾਰ ਕਿਸੇ ਦਾ ਪਤਾ ਵੀ ਉੱਥੋਂ ਜਾ ਕੇ ਲੱਖ ਮੋਹਰ ਲੈ ਲਓ, ਅਸੀਂ ਆਪੇ ਪਹੁੰਚਦੀ ਕਰ ਦੇਵਾਂਗੇ, ਕੋਈ ਕਰਕੇ ਨਾ ਦੇਵੇ। ਇਹਨੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਯਾਦ ਕਰਦਿਆਂ ਔਖਾ ਸੌਖਾ ਹੋ ਕੇ ਲੱਖ ਮੋਹਰ ਜਿਹੜੀ ਉੱਥੇ ਪਹੁੰਚਾ ਦਿੱਤੀ। ਇਹਨੂੰ ਦਰਸ਼ਨੀ ਹੁੰਡੀ ਮੁਗਲ ਨੂੰ ਦਿੱਤੀ। ਮੁਗਲ ਨੇ ਆਪਣੀ ਮੋਹਰ ਜਦੋਂ ਲਾਹੌਰੋਂ ਪ੍ਰਾਪਤ ਕੀਤੀ, ਬੜੀ ਸ਼ੋਭਾ ਕੀਤੀ ਸਾਰਿਆਂ ਦੇ ਵਿੱਚ ਵੀ ਭਾਈ ਗੰਗੋ ਸ਼ਾਹ ਹੈ ਕੋਈ, ਬੜੀਆਂ ਵੱਡੀਆਂ ਵੱਡੀਆਂ ਹੁੰਡੀਆਂ ਕਰਦਾ, ਲੱਖ ਲੱਖ ਮੋਹਰ ਵੀ ਪਹੁੰਚਾ ਦਿੰਦਾ ਕਿਤੇ ਲੋੜ ਹੋਵੇ। ਇਹਦੀ ਬੜੀ ਮਹਿਮਾ ਫੈਲੀ ਸਾਰੇ ਪਾਸੇ। ਵੱਡੇ ਵੱਡੇ ਜਿਹੜੀ ਅਮੀਰ ਲੋਕ ਹੈ ਇਹਦੇ ਪਾਸ ਆਉਣ ਲੱਗੇ। ਦਿਨਾਂ ਦੇ ਵਿੱਚ ਹੀ ਇਹਦਾ ਆੜਤ ਦਾ ਸ਼ਾਹੂਕਾਰੇ ਦਾ ਕੰਮ ਬਹੁਤ ਬੁਲੰਦੀਆਂ ਤੇ ਹੋ ਗਿਆ। ਪਰ ਪ੍ਰਾਣੀ ਦਾ ਸਤ ਸੰਗ ਦੀ ਸੁਭਾਅ ਹੈ, ਜਦੋਂ ਮਾਇਆ ਆ ਜਾਂਦੀ ਹੈ ਫਿਰ ਦਾਤ ਪਿਆਰੀ ਵਿਸਰਿਆ ਦਾਤਾਰ। ਜਦੋਂ ਮਾਇਆ ਆਉਂਦੀ ਹੈ ਫਿਰ ਨਹੀਂ ਜਾਣਦਾ ਵੀ ਮੈਨੂੰ ਮਾਇਆ ਮਿਲੀ ਕਿਹਦੇ ਕਾਰਨ, ਹੰਕਾਰੀ ਹੋ ਜਾਂਦਾ ਹੈ। ਇਹੋ ਜਿਹੇ ਗੰਗੋ ਸ਼ਾਹੀ ਐਸਾ ਹੰਕਾਰੀ ਹੋਇਆ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬ੍ਰਾਹਮਣ ਦੀ ਧੀ ਦੇ ਵਿਆਹ ਵਾਸਤੇ 50 ਰੁਪਏ ਜਿਹੜੇ ਵਾ ਬ੍ਰਾਹਮਣ ਨੂੰ ਦੇਣ ਵਾਸਤੇ ਆਖਿਆ ਤੇ ਆਪਦੇ ਹੱਥੋਂ ਲਿਖ ਕੇ ਚਿੱਠੀ ਪੱਤਰ ਦਿੱਤਾ। ਬ੍ਰਾਹਮਣ ਦਿੱਲੀ ਜਾ ਕੇ ਜਦੋਂ ਵਿਖਾਈ ਉਹ ਪੱਤਰ ਚਿੱਠੀ, ਬੋਲਿਆ ਹੀ ਨਾ, ਚੁੱਪ ਕਰ ਗਿਆ ਤੇ ਉਹਨੂੰ ਖਾਲੀ ਮੋੜਿਆ। ਜਿਸ ਗੁਰੂ ਦੀ ਦਇਆ ਸਦਕਾ ਕਾਰੋਬਾਰ ਕੰਮ ਖੜਾ ਹੋਇਆ, ਉਸੇ ਤੋਂ ਹੀ ਬੇਮੁਖ ਹੋ ਗਿਆ। ਫੇਰ ਕੀ ਹੋਣਾ ਸੀ? ਜਿਹੜਾ ਚੜਾਉਣਾ ਜਾਣਦਾ ਉਹ ਲਾਉਣਾ ਵੀ ਜਾਣਦਾ ਹੈ। ਕੁਝ ਦਿਨਾਂ ਦੇ ਵਿੱਚ ਹੀ ਪਹਿਲਾਂ ਵਾਂਗੂ ਹੀ ਕੰਗਾਲ ਹੋ ਗਿਆ, ਗੁਰੂ ਤੋਂ ਬੇਮੁਖ ਹੋਇਆ। ਜਦੋਂ ਫਿਰ ਦੌੜਿਆ ਗੋਇੰਦਵਾਲ ਸਾਹਿਬ ਵੱਲ ਨੂੰ, ਮਹਾਰਾਜ ਦੇ ਮੱਥੇ ਵੀ ਨਾ ਲੱਗਾ ਤੇ ਆਪਣੇ ਸੋਹਣੇ ਮਹਿੰਗੇ ਦੁਸ਼ਾਲਿਆਂ ਦੇ ਵਿੱਚ ਇੱਟਾਂ ਬੰਨ ਬੰਨ ਕੇ ਬੌਲੀ ਵਿੱਚ ਢਾਉਂਦਾ। ਬੜੇ ਦਿਨ ਲੰਮੀ ਸੇਵਾ ਕੀਤੀ, ਮਹਾਰਾਜ ਨੂੰ ਬੜਾ ਪ੍ਰੇਮ ਕੀਤਾ, ਸੁੱਧ ਬੁੱਧ ਭੁੱਲ ਗਈ। ਗੁਰੂ ਗਰੀਬ ਨਵਾਜ ਜੀਆਂ ਸਿੱਖ ਹੱਥ ਸੁਨੇਹਾ ਭੇਜ ਕੇ ਆਪਦੇ ਪਾਸ ਚੁਬਾਰਾ ਸਾਹਿਬ ਦੇ ਸਥਾਨ ਤੇ ਗੰਗੋ ਸ਼ਾਹ ਨੂੰ ਬੁਲਾਇਆ। ਔਰ ਮਹਾਰਾਜ ਨੇ ਆਖਿਆ, ਆਓ ਸ਼ਾਹੂਕਾਰ ਜੀ ਆ ਗਏ ਹੋ।
ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਬੇਮੁਖ ਹਾਂ, ਤੁਹਾਡਾ ਸੇਵਕ ਆ, ਸਤਿਗੁਰੂ ਸ਼ਾਹੂਕਾਰ ਨਾ ਆਖੋ, ਕੱਲਾ ਗੰਗੋ ਹੀ ਰਹਿ ਗਿਆ। ਉਹ ਸਭ ਕੁਝ ਨਾਸ਼ ਹੋ ਗਿਆ ਸ਼ਾਹੂਕਾਰਾਂ ਵਾਲਾ। ਮਹਾਰਾਜ ਮੇਰਾ ਅਪਰਾਧ ਹੈ ਵੀ ਮੈਂ ਤੁਹਾਡੇ ਤੋਂ ਬੇਮੁਖ ਹੋਇਆ, ਤੁਹਾਡਾ ਬਚਨ ਮੰਨ ਕੇ ਬ੍ਰਾਹਮਣ ਨੂੰ ਕੇਵਲ 50 ਰੁਪਏ ਵੀ ਨਾ ਦਿੱਤੇ, ਦਿੱਤਾ ਸਾਰਾ ਕੁਝ ਤੁਹਾਡਾ ਹੈ, ਤੇ ਮੈਂ ਮੁੱਕ ਰਿਹਾ ਹਾਂ, ਬੇਮੁਖ ਹੋਇਆ। ਸੱਚੇ ਪਾਤਸ਼ਾਹ ਜੀਆਂ ਮਿਹਰ ਭਰਿਆ ਦੇ ਤੇ ਹੱਥ ਰੱਖਿਆ, ਅੱਗੇ ਤੋਂ ਬਚਨਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ, ਬਖਸ਼ਿਸ਼ਾਂ ਕੀਤੀਆਂ, ਤੇ ਕੁਝ ਨਾਲ ਮਹਾਰਾਜ ਜੀ ਨੂੰ ਇਹੋ ਜਿਹੀ ਸੀਸ ਤੇ ਹੱਥ ਰੱਖ ਕੇ ਅਜਮਤ ਸ਼ਕਤੀ ਦਿੱਤੀ, ਜਿਹੜਾ ਮੁੱਖੋਂ ਬਚਨ ਕਰਦਾ ਉਹੀ ਪੂਰਾ ਹੋ ਜਾਂਦਾ। ਇਹਨੂੰ ਪ੍ਰਚਾਰਕ ਥਾਪਿਆ ਮਹਾਰਾਜ ਨੇ ਦਿੱਲੀ, ਉੱਥੋਂ ਦੀ ਮੰਜੀ ਇਹਨੂੰ ਦਿੱਤੀ 22 ਮੰਜੀਆਂ ਵਿੱਚੋਂ। ਗੰਗੋ ਸ਼ਾਹ ਨੇ ਬੜਾ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦਾ ਪ੍ਰਚਾਰ ਦਿੱਲੀ ਕੀਤਾ, ਬੜੀ ਸਿੱਖੀ ਵਧੀ। ਇਹ ਪ੍ਰਸੰਗ ਆਪਾਂ ਪਿੱਛੇ ਵੀ ਚਾਰਿਆ ਸੁਣਿਆ। ਅੱਗੇ ਇੱਕ ਕਾਬਲ ਦੀ ਪਤੀਬ੍ਰਤਾ ਮਾਈ ਜਿਹੜੀ ਹੈ, ਕਾਬਲ ਦੇ ਰਹਿਣ ਵਾਲੀ, ਜਿਹੜੇ ਸੱਤ ਦੀ ਸ਼ਕਤੀ ਕਵੀ ਸੰਤੋਖ ਸਿੰਘ ਸਾਹਿਬ ਦੀਆਂ 55ਵੇਂ ਅੰਸੂ ਵਿੱਚ ਜਿਵੇਂ ਦਰਜ ਕੀਤੀ ਹੈ, ਆਪਾਂ ਸੁਣੀਏ। ਮਨ ਚਿਤ ਬਿਰਤੀਆਂ ਕਾਗਰ ਕਰੋ, ਧੰਨ ਧੰਨ ਗੁਰੂ ਅਮਰਦਾਸ, ਗਰੀਬ ਨਵਾਜ ਨੂੰ ਹਿਰਦੇ ਵਸਾਹੋ, ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਰ ਹੋਤ ਨਿਤ ਬਾਪਿਕਾ। ਅੱਗੇ ਕਵੀ ਜੀ ਲਿਖਦੇ ਆ, ਕਹਿੰਦੇ ਆ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਸੋਹਣੀ ਸੇਵਾ, ਕਾਰ ਸੇਵਾ ਹੋ ਰਹੀ ਹੈ ਬੜੇ ਸਮੇਂ ਤੋਂ। 7 ਸਾਲ ਕਹਿੰਦੇ ਖਾਲਸਾ ਦੀ ਬੌਲੀ ਸਾਹਿਬ ਦੀ ਸੇਵਾ ਚੱਲੀ ਸੀ, ਪੱਕੇ ਹੋਣ ਤੀਕਰ। ਤੋ ਇਹ ਸੇਵਾ ਨਿਰੰਤਰ ਲਗਾਤਾਰ ਜਾਰੀ ਹੈ, ਚੱਲ ਰਹੀ ਹੈ। ਕਰਹਿ ਪ੍ਰੇਮ ਸੋਦਾਸ, ਜਿਹੜੇ ਮਹਾਰਾਜ ਦੇ ਸਿੱਖ ਹੈ, ਪ੍ਰੇਮ ਦੇ ਸਹਿਤ ਬੜੀ ਮਹਾਰਾਜ ਦੇ ਦਰ ਘਰ ਦੀ ਬੌਲੀ ਦੀ ਟਾਂ ਢੋਣ ਦੀ, ਗਰ ਆਦਿਕ ਲੰਗਰ ਵਿੱਚ ਮਾਈਆਂ ਪ੍ਰਸ਼ਾਦਾ ਪਕਾਉਣ ਦੀ, ਜਲ ਛਕਾਉਣ ਦੀ, ਇਹੋ ਜਿਹੀਆਂ ਸੇਵਾਵਾਂ ਸਿੱਖ ਬੜੇ ਪ੍ਰੇਮ ਸਹਿਤ ਕਰ ਰਹੇ ਆ। ਕਿਰਪਾ ਦ੍ਰਿਸ਼ਟ ਜਿਸ ਕੋ ਪਿਖਤ। ਇਧਰ ਗੁਰੂ ਅਮਰਦਾਸ ਜੀ ਮਹਾਰਾਜ ਜਿਸ ਉੱਪਰ ਵੀ ਤਰੁੱਠ ਜਾਂਦੇ ਆ, ਮਿਹਰ ਦੀ ਨਜ਼ਰ ਮਾਰ ਦਿੰਦੇ ਆ। ਤਿਸ ਕੇ ਗਿਆਨ ਪ੍ਰਕਾਸ਼, ਉਹਦੇ ਹਿਰਦੇ ਅੰਦਰ ਅਗਿਆਨ ਦਾ ਹਨੇਰਾ ਕੱਟ ਦਿੰਦੇ ਆ, ਤੇ ਜਿਹੜਾ ਅਪਰੋਕਸ਼ ਗਿਆਨ ਹੈ ਉਹਦੀ ਦਾਤ ਬਖਸ਼ ਦਿੰਦੇ ਆ। ਚਾਪਈ ਲਿਆਏ ਈਂਟ ਕਾ ਕਰਦਮ ਕਰ ਕੈ। ਬੌਲੀ ਸਾਹਿਬ ਦੀ ਚੱਲਦੀ ਸੇਵਾ ਵਿੱਚ ਕੁਝ ਸਿੱਖ ਇੱਟਾਂ ਢੋਂਦੇ ਆ, ਕੋਈ ਉਹ ਕਹਾਣੀ ਜਿਹਨੂੰ ਗਾਰਾ ਕਹਿੰਦੇ ਆ, ਗਾਰਾ ਮਾਰ ਮਾਰ ਕੇ ਲੈ ਆਉਂਦੇ ਆ। ਚੂਨਾ ਪ੍ਰਥਮ ਸਾਨੀਕ ਸੁਧਰ ਕੈ, ਤੇ ਸੋਹਣੀ ਤਰ੍ਹਾਂ ਸੋਧ ਕੇ ਉਹ ਚੂਨਾ, ਇੱਕ ਤਰ੍ਹਾਂ ਦੇ ਰੋੜ ਹੁੰਦੇ ਸੀ, ਹੁਣ ਤਾਂ ਸੀਮੈਂਟ ਜਿਹਾ ਆ ਗਿਆ। ਪਹਿਲਾਂ ਰੋੜ ਹੁੰਦੇ ਸੀ ਇੱਕ ਤਰ੍ਹਾਂ ਦੇ, ਉਹਨੂੰ ਧੋ ਕੇ ਤੇ ਪੀਸਿਆ ਜਾਂਦਾ ਸੀ। ਹਰਿਮੰਦਰ ਸਾਹਿਬ ਦਾ ਸਥਾਨ ਜਿਹੜਾ ਸਰੋਵਰ ਹੈ, ਇਹ ਜਿੰਨੀ ਪੁਰਾਣੀ ਛੋਟੀ ਇੱਟ ਦੀ ਸੇਵਾ ਹੋਈ ਹੈ ਸਤਿਗੁਰਾਂ ਦੇ ਸਮੇਂ ਦੀ, ਇਹ ਖਾਲਸਾ ਜੀ ਚੂਨੇ ਦੀ ਹੋਈ ਹੈ। ਉਹਦੇ ਵਿੱਚ ਗੁੜ ਵੀ ਮਿਲਾਇਆ ਜਾਂਦਾ ਸੀ, ਹੋਰ ਬੇਅੰਤ ਤਰ੍ਹਾਂ ਦੀਆਂ ਵਸਤੂਆਂ ਪਾਈਆਂ ਜਾਂਦੀਆਂ, ਤੇ ਚੂਨੇ ਦੀ ਮੁਨਿਆਦ ਕਈ 100 ਸਾਲ ਤੱਕ ਹੁੰਦੀ ਹੈ। ਚੂਨਾ ਜਿਹੜਾ ਵਾ ਉਹ ਪੀਸ ਪੀਸ ਕੇ ਰੋੜਾਂ ਨੂੰ ਸੋਹਣੀ ਤਰ੍ਹਾਂ ਸੋਧ ਕੇ ਚੂਨਾ ਤੇ ਇੱਟਾਂ ਭੇਜੀਆਂ ਜਾ ਰਹੀਆਂ ਹਨ। ਪੀਸਹਿ ਚਾਕੀ ਮਹਿ ਕਰ ਪ੍ਰੇਮ, ਪਹਿਲਾਂ ਸਿੱਖ ਉਹਨੂੰ ਧੋਂਦੇ ਆ ਰੋੜਾਂ ਵਿੱਚ, ਫਿਰ ਪ੍ਰੇਮ ਦੇ ਸਹਿਤ ਚੱਕੀਆਂ ਵਿੱਚ ਚੂਨਾ ਪੀਸਿਆ ਜਾਂਦਾ ਹੈ। ਸਿਰ ਧਰ ਕਰ ਗਮਨ ਹਿਤ ਛੇਮ, ਤੇ ਇਸੇ ਤਰ੍ਹਾਂ ਬਹੁਤ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਦੀ ਖੁਸ਼ੀ ਲੈਣ ਵਾਸਤੇ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਸਿਰ ਤੇ ਢੋਂਦੀਆਂ ਹਨ, ਗਾਰਾ ਇੱਟਾਂ ਚੂਨਾ ਢੋਂਦੀਆਂ ਹਨ। ਕਿਸ ਕੋ ਕਿਮ ਕੋਈ ਨਹਿ ਕਹੈ, ਤੇ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਵੀ ਤੂੰ ਐ ਸੇਵਾ ਨਹੀਂ ਕਰਦਾ, ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ। ਜਿਵੇਂ ਆ ਸੇਵਾ ਹੁਣ ਤਾਂ ਕਈ ਵਾਰੀ ਚੱਲਦੀ ਹੈ, ਕਿਸੇ ਵੀ ਗੁਰੂ ਘਰ ਹੋਵੇ ਚਾਹੇ, ਉੱਥੇ ਵੇਖੋ ਨਾ ਉਹ ਕਿੰਨੇ ਟੋਕਾ ਟੋਕੀ ਵਾਲੇ ਆ, ਇਸ ਤਰ੍ਹਾਂ ਨਹੀਂ ਕਰਨਾ, ਇਉਂ ਨਾ ਕਰੋ, ਇਸ ਤਰ੍ਹਾਂ ਕਰੋ। ਨਾਮ ਜਪਣ ਤੋਂ ਵਾਂਝੇ ਜਿਹੜੇ ਆ ਉਹ ਫਿਰ ਉੱਥੇ ਮਾਰਗ ਦਰਸ਼ਨ ਕਰਦੇ। ਇਲਤ ਕਾ ਨਾਉ ਚੌਧਰੀ, ਇਲਤ ਹੀ ਹਰੇਕ ਜਗ੍ਹਾ ਹੀ ਮਾਰੇ ਕਹਿੰਦੇ ਚੌਧਰੀ ਹੁੰਦੇ ਆ।
ਪਰ ਇੱਥੇ ਕੋਈ ਐਸਾ ਨਹੀਂ। ਪ੍ਰੇਮਾ ਭਾਵਨੀ ਨਾਮ ਜਪਣ ਵਾਲੀਆਂ ਸਿੱਖ ਸੰਗਤਾਂ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਟੋਕਾ ਟੋਕੀ ਆਦਿਕ ਨਹੀਂ ਕਰਦੇ ਆ। ਇਕ ਆਵਹਿ ਇਕ ਲੈ ਜਾਹੇ। ਇੱਕ ਖਾਲੀ ਟੋਕਰੀਆਂ ਲੈ ਲੈ ਆਉਂਦੇ ਆ, ਦੂਜੇ ਭਰ ਭਰ ਕੇ ਟੋਕਰੀਆਂ ਲਈ ਜਾਂਦੇ ਆ। ਕਾਰੀਗਰ ਕੇ ਟਿਗ ਪਹੁੰਚਾਏ। ਤੇ ਜਿੱਥੇ ਕਾਰੀਗਰ ਮਿਸਤਰੀ ਲੱਗੇ ਆ ਉਹਨਾਂ ਦੇ ਪਾਸ ਇੱਟਾਂ ਚੂਨਾ ਗਾਰਾ ਭੇਜਿਆ ਜਾ ਰਿਹਾ ਹੈ। ਜਿਉਂ ਜਿਉਂ ਕਰਹਿ ਪ੍ਰੀਤ ਸੋ ਸੇਵਾ। ਜਿਵੇਂ ਜਿਵੇਂ ਸਿੱਖ ਪ੍ਰੀਤ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਆ, ਤਿਆਂ ਤਿਆਂ ਲਖ ਸਭ ਕੀ ਗੁਰਦੇਵਾ। ਗਰੀਬ ਨਵਾਜ ਸਾਰਿਆਂ ਦੇ ਮਨਾਂ ਦੀ ਤਿਵੇਂ ਤਿਵੇਂ ਜਾਣਦੇ ਆ ਵੀ ਕਿਹੜੇ ਕਿਹੜੇ ਸਿੱਖ ਬੜੇ ਸ਼ਰਧਾ ਪ੍ਰੇਮ ਨਾਲ ਸੇਵਾ ਕਰ ਰਹੇ ਆ। ਪੂਰਾ ਹੈ ਮਨੋ ਕਾਮਨਾ ਤਿਨ ਕੀ। ਤੇ ਜੇ ਕੋਈ ਇੱਛਾ ਰੱਖ ਕੇ ਸੇਵਾ ਕਰਦਾ ਵੀ ਮੈਨੂੰ ਫਲਾਣੀ ਵਸਤੂ, ਕੋਈ ਮਾਈ ਕੋਈ ਭਾਈ ਪੁੱਤ ਦੀ ਦਾਤ ਮੰਗਦਾ, ਸੇਵਾ ਢੋਂਦਾ ਇੱਟਾਂ ਢੋਂਦਾ, ਮਹਾਰਾਜ ਉਸੇ ਦੀ ਮਨ ਦੀ ਜਿਹੜੀ ਕਾਮਨਾ ਇੱਛਾ ਨੂੰ ਜਾਣ ਕਰਕੇ ਵਿਆਪਕ ਜੋਤ ਸਭਨ ਮਹਿ ਜਿਨ ਕੀ। ਤੇ ਉਹ ਸਾਰਿਆਂ ਦੀ ਪੂਰੀ ਕਰੀ ਜਾਂਦੇ ਸੱਚੇ ਪਾਤਸ਼ਾਹ ਜੀ। ਜਿਹੜੇ ਗੁਰੂ ਅਮਰਦਾਸ ਪਰਮੇਸ਼ਰ ਜੀਆਂ ਦੀ ਜਿਹੜੀ ਜੋਤ ਹੈ ਸਾਰਿਆਂ ਜੀਵਾਂ ਵਿੱਚ ਫੈਲ ਰਹੀ ਹੈ, ਵਿਆਪਕ ਹੋ ਰਹੀ ਹੈ। ਏਕ ਸਿੱਖ ਕਾਬਲ ਮਹਿ ਰਹੈ। ਅੱਗੇ ਕਵੀ ਜੀ ਦੱਸਦੇ ਹੈ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਦਾ ਜਿਨੇ ਮਹਾਰਾਜ ਤੋਂ ਸਿੱਖੀ ਧਾਰੀ ਸੀ, ਕਾਬਲ ਵਿੱਚ ਗੁਰੂ ਘਰ ਦਾ ਇੱਕ ਸਿੱਖ ਰਹਿੰਦਾ ਜਿਹੜਾ ਕਾਬਲ ਕੰਧਾਰ ਆ, ਹੁਣ ਮੇਰਾ ਖਿਆਲ ਅਫਗਾਨਿਸਤਾਨ 'ਚ ਹੈ। ਇੱਥੇ ਇੱਕ ਸਿੱਖ ਰਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ। ਪਤੀਵ੍ਰਤਾ ਇਸਤਰੀ ਜਿਸ ਆਹੈ। ਤੇ ਉਹਦੇ ਘਰ ਜਿਹੜੀ ਮਾਈ ਹੈ ਨਾ, ਇਸਤਰੀ ਉਹਦੀ ਪਤਨੀ ਹੈ, ਉਹ ਸਿੱਖ ਨਹੀਂ ਕਹਿੰਦੇ ਬਹੁਤ ਪਤੀਵ੍ਰਤਾ, ਪਤੀ ਧਰਮ ਵਿੱਚ ਐਨ ਪੂਰੀ ਸੂਰੀ ਹੈ। ਪਤ ਮਹਿ ਪ੍ਰੇਮ ਜਾਮਨੀ ਦਿਨ ਮੈਂ। ਤੇ ਉਹ ਇਸ ਪ੍ਰਕਾਰ ਬਹੁਤ ਪਤੀਵ੍ਰਤਾ ਧਰਮ ਵਿੱਚ ਪਤ ਮਹਿ ਪ੍ਰੇਮ ਜਾਮਨੀ ਦਿਨ ਰਾਤ ਹੀ ਕੇਵਲ ਤੇ ਕੇਵਲ ਉਸ ਮਾਈ ਦਾ ਜਿਹੜਾ ਮੋਹ ਪ੍ਰੇਮ ਹੈ ਕੇਵਲ ਤੇ ਕੇਵਲ ਇੱਕੋ ਆਪਣੇ ਪਤੀ ਦੇ ਪਰਥਾਏ ਹੈ। ਫੁਰਹਿ ਨ ਅਪਰ ਪੁਰਸ਼ ਕੋ ਮਨ ਮੈਂ। ਤੇ ਹੋਰ ਜਿਹੜੇ ਪਰਾਏ ਮਰਦ ਦੇ ਪਰਥਾਏ ਉਹਦੇ ਮਨ ਵਿੱਚ ਕਦੇ ਮਾਈ ਦੇ ਵਾਸ਼ਨਾ ਤੱਕ ਨਹੀਂ ਆਈ ਹੈ। ਤਿਹ ਸਿੱਖ ਨੇ ਸਿੱਖੀ ਸੋ ਦ੍ਰਿੜਾਈ। ਕਿਉਂਕਿ ਜਿਹੜਾ ਸਿੱਖ ਹੈ ਗੁਰੂ ਅਮਰਦਾਸ ਮਹਾਰਾਜ ਦੇ ਦਰ ਕਰਦਾ, ਉਹਨੇ ਆਪਣੀ ਪਤਨੀ ਇਸ ਸਿੱਖ ਬੀਬੀ ਮਾਈ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਸਿੱਖੀ ਚੰਗੀ ਤਰ੍ਹਾਂ ਦ੍ਰਿੜਾਈ ਹੋਈ ਹੈ। ਨਾਮ ਜਪਣਾ, ਬਾਣੀ ਪੜ੍ਹਨੀ, ਸੰਗਤ ਕਰਨੀ, ਪ੍ਰਸ਼ਾਦਾ ਛਕਾਉਣਾ ਉਹ ਸਿੱਖ ਨੇ ਆਪਣੀ ਪਤਨੀ ਨੂੰ ਬਹੁਤ ਸੋਹਣੀ ਤਰ੍ਹਾਂ ਸਿਖਾਇਆ ਹੋਇਆ। ਭਾਵ ਕਿ ਆਪ ਵੀ ਪਰਪਾਖਿਆ ਸਿੱਖ ਤੇ ਇਸ ਮਾਈ ਆਪਣੀ ਪਤਨੀ ਨੂੰ ਵੀ ਸਿੱਖੀ ਵਿੱਚ ਬੜਾ ਪੂਰਾ ਕੀਤਾ ਹੋਇਆ ਹੈ। ਆਪਨ ਭਾਰ ਜਾ ਕੋ ਸੁਖਦਾਈ। ਤੇ ਇਸੇ ਤਰ੍ਹਾਂ ਆਪਣੇ ਭਾਰਜਾ ਪਤਨੀ ਨੂੰ ਜਿਹੜੀ ਸੁੱਖਾਂ ਦੇ ਦੇਣ ਵਾਲੀ ਸਿੱਖੀ ਦ੍ਰਿੜਾਈ ਹੋਈ ਹੈ। ਪਤ ਬ੍ਰਤ ਤੇ ਤਿਹ ਸ਼ਕਤ ਵਿਸਾਲਾ। ਉਹ ਐਸੇ ਤਰ੍ਹਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਿੱਖੀ ਸੁੱਖਾਂ ਦੇ ਦੇਣ ਵਾਲੀ ਇਹ ਮਾਈ ਨੂੰ ਪੱਕੀ ਕਰਵਾਈ ਹੈ। ਬਾਕੀ ਕਵੀ ਜੀ ਕਹਿੰਦੇ ਆ ਜਿਹੜੀ ਪਤੀਵ੍ਰਤਾ ਇਸਤਰੀ ਹੁੰਦੀ ਆ ਨਾ, ਜਿਹੜਾ ਪਤੀ ਤੇ ਸੰਜਮ ਰੱਖਣਾ, ਪਤੀ ਤੇ ਭਰੋਸਾ ਰੱਖਣਾ, ਪਰ ਪੁਰਸ਼ ਦੀ ਮਨ ਵਿੱਚ ਵਾਸ਼ਨਾ ਵੀ ਨਾ ਲੈ ਕੇ ਆਉਣੀ, ਇਹਨੂੰ ਪਤੀਵ੍ਰਤਾ ਧਰਮ ਕਹਿੰਦੇ ਆ। ਇਹਦੇ ਵਿੱਚ ਕਵੀ ਜੀ ਕਹਿੰਦੇ ਬਹੁਤ ਬਲ ਹੁੰਦਾ, ਪਤੀਵ੍ਰਤਾ ਮਾਈ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਜਹ ਚਾਹੈ ਪਹੁੰਚੈ ਤਤਕਾਲਾ। ਇਸ ਕਰਕੇ ਮਾਈ ਪਤੀਵ੍ਰਤਾ ਧਰਮ ਵਿੱਚ ਇੰਨੀ ਪਰਪੱਕ ਸੀਗੀ ਵੀ ਇਹਦੇ ਵਿੱਚ ਇਹੋ ਜਿਹੀ ਸ਼ਕਤੀ ਸੀ ਵੀ ਜਦੋਂ ਚਾਹੁੰਦੀ ਸੀ ਇਹ ਮਾਈ ਜਿੱਥੇ ਮਰਜ਼ੀ ਪਹੁੰਚ ਜਾਂਦੀ ਸੀ। ਕੋਸ ਹਜ਼ਾਰਾਂ ਕਟਿਕਾ ਮਾਹੀ। ਇੱਕ ਘੜੀ ਵਿੱਚ ਹਜ਼ਾਰਾਂ ਕੋਹ ਦਾ ਪੈਂਡਾ ਇਹ ਮਾਤਾ ਸ਼ਕਤੀ ਨਾਲ ਤੈਅ ਕਰ ਲੈਂਦੀ ਹੈ। ਪਹੁੰਚਤ ਦੇਰ ਲੱਗਹਿ ਜਿਸ ਨਾਹੀ। ਕੋਈ ਦੇਰੀ ਨਹੀਂ ਸੀ ਲੱਗਦੀ। ਇਹ ਸਾਰੀ ਬਰਕਤ ਜਿਹੜੀ ਪਤੀਵ੍ਰਤਾ ਧਰਮ ਦੀ ਹੈ, ਕੋਈ ਦੇਰੀ ਨਹੀਂ ਸੀ ਲੱਗਦੀ। ਕਿੱਥੋਂ ਤੀਕਰ ਹਜ਼ਾਰਾਂ ਸੈਂਕੜੇ ਕੋ ਪੈਂਡਾ ਘੜੀ ਵਿੱਚ ਤੈਅ ਕਰ ਲੈਂਦੀ ਹੈ। ਇਤਿਆਦਿਕ ਸ਼ਕਤੀ ਕਹ ਤਾਰਤ। ਹੋਰ ਵੀ ਇਸ ਤੋਂ ਆਦਿਕ ਸ਼ਕਤੀਆਂ ਇਹ ਮਾਈ ਨੇ ਰੱਖੀਆਂ ਹੋਈਆਂ, ਧਾਰੀਆਂ ਹੋਈਆਂ ਨੇ। ਸਦਾ ਪ੍ਰੇਮ ਪਤ ਸੋ ਪ੍ਰਤਪਾਰਤ। ਪਰ ਜਿਹੜੀ ਸਦਾ ਵਾਸਤੇ ਆਪਣੇ ਪਤੀ ਦੇ ਨਾਲ ਹੀ ਪ੍ਰੇਮ ਪਾਲਦੀ ਹੈ, ਭਰੋਸਾ ਰੱਖਦੀ, ਪਤੀ ਬ੍ਰਤਾ ਧਰਮ ਵਿੱਚ ਬੜੀ ਸਤੀ ਹੈ। ਕਾਰ ਬਾਪਿਕਾ ਕੀ ਤਿਨ ਜਾਨੀ। ਇਹ ਮਾਈ ਨੇ ਕਿਸੇ ਸਿੱਖਾਂ ਪਾਸੋਂ ਸੁਣਿਆ, ਕਾਬਲ ਦੀਆਂ ਸੰਗਤਾਂ ਪਾਸੋਂ ਵੀ ਗੋਇੰਦਵਾਲ ਸਾਹਿਬ ਤੀਜੇ ਪਾਤਸ਼ਾਹ ਗੁਰੂ ਗਰੀਬ ਨਵਾਜ
ਇੱਥੇ ਆਪਣੇ ਦਰ ਘਰ ਬੌਲੀ ਸਾਹਿਬ ਖੁਦਵਾ ਰਹੇ ਹੈ। ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤਿਆਰ ਕਰਾਵਤ ਗੁਰ ਗੁਣ ਤੇ ਖਾਨੀ। ਇਹ ਮਾਈ ਨੂੰ ਪਤਾ ਲੱਗਿਆ ਵੀ ਗੁਣਾਂ ਦੀ ਖਾਣ ਸਤਿਗੁਰੂ ਬੌਲੀ ਤਿਆਰ ਕਰਵਾ ਰਹੇ ਹੈ। ਫਲ ਵਿਸਾਲ ਲਗ ਸੇਵਾ ਕੀਨੇ। ਤੇ ਜਿੱਥੇ ਥੋੜੀ ਜੀ ਸੇਵਾ ਕੋਈ ਕਰ ਲਵੇ ਤੇ ਉਹਦਾ ਬੜਾ ਵੱਡਾ ਫਲ ਮਿਲ ਜਾਂਦਾ ਹੈ। ਕਾਨ ਤਜਹਿ ਆਸ ਜਿਨ ਮਨ ਚੀਨੇ। ਜਿਸ ਮਾਈ ਨੇ ਜਾਣਿਆ ਵੀ ਜਿੱਥੇ ਥੋੜੀ ਸੇਵਾ ਕਰਿਆ ਵੱਡਾ ਹੀ ਫਲ ਮਿਲ ਜਾਂਦਾ, ਇਹੋ ਜੀ ਸੇਵਾ ਕੌਣ ਛੱਡ ਸਕਦਾ, ਨਹੀਂ ਛੱਡੀ ਜਾਂਦੀ। ਸੋ ਸਿੱਖਣੀ ਕਾਬਲ ਤੇ ਆਵੈ। ਤੇ ਇਹ ਮਾਈ ਜਿਹੜੀ ਹੈ ਨਾ, ਇਹਦਾ ਨਾਮ ਮਾਈ ਜਿਹੜਾ ਵਾ ਸੇਵਾ ਕਹਿ ਦਿੰਦੇ ਸੀ ਇਹਨੂੰ, ਮਾਈ ਸੇਵਾ ਨਾਮ ਹੈ ਇਹਦਾ। ਇਹ ਮਾਈ ਸੇਵਾ ਨਾਮ ਦੀ ਬੀਬੀ ਜਿਹੜੀ ਹੈ, ਇਹ ਜਾਣਿਆ ਵੀ ਗੋਇੰਦਵਾਲ ਬੌਲੀ ਸਾਹਿਬ ਦੀ ਖੁਦਾਈ ਹੋ ਰਹੀ ਹੈ ਤੇ ਕਹਿੰਦੇ ਕਾਬਲ ਤੋਂ ਚੱਲੀ ਗੋਇੰਦਵਾਲ ਸਾਹਿਬ ਪਹੁੰਚੀ ਆ। ਪ੍ਰਾਤ ਹੋਤ ਗੁਰ ਸੇਵਕ ਮਾਵੈ। ਜਦੋਂ ਹੀ ਤੜਕਾ ਹੁੰਦਾ ਸੀ ਅੰਮ੍ਰਿਤ ਵੇਲਾ, ਦਿਨ ਚੜੇ ਤੋਂ ਪਹਿਲਾਂ ਹੀ ਉੱਥੇ ਗੋਇੰਦਵਾਲ ਪਹੁੰਚ ਜਾਂਦੀ ਸੀ ਤੇ ਸੇਵਾ ਕਰਦੀ ਆ। ਸਗਰੇ ਦਿਵਸ ਟਹਿਲ ਕੋ ਕਰਹੀ। ਦਿਨ ਚੜੇ ਤੋਂ ਪਹਿਲਾਂ ਤੇ ਹਨੇਰੇ ਤੀਕਰ ਸਾਰਾ ਦਿਨ ਬੌਲੀ ਸਾਹਿਬ ਦੀ ਸੇਵਾ ਕਰਦੀ ਆ। ਖਨ ਤੇ ਕਾਰ ਸੁਬਹਿਰ ਨਿਕਰਹੀ। ਤੇ ਜਦੋਂ ਰਾਤ ਫਿਰ ਹੋਣ ਜਿਹੜੀ ਆ ਖਣ ਤੇ ਮਿੱਟੀ ਪੱਟਦੇ ਆ ਨਾ ਜਿੱਥੋਂ, ਉਹ ਸਾਰੀ ਪੱਟੀ ਜਾਣ ਵਾਲੀ ਮਿੱਟੀ ਜਿਹੜੀ ਵੈ ਜਾਂ ਕੁਝ ਰਹਿ ਗਿਆ ਪਰਚੂਣ ਆਦਿਕ ਥੱਲੇ, ਕਿਉਂਕਿ ਬੌਲੀ ਤਿਆਰ ਹੋਣ ਵਾਲੀ ਸੀ ਉਦੋਂ, ਉਹ ਸਾਰੀ ਢੋਂਦੀ ਹੈ, ਗਾਰਾ ਲੈ ਕੇ ਜਾਂਦੀ ਹੈ, ਕਦੇ ਇੱਟਾਂ ਢੋਂਦੀ ਹੈ, ਕਦੇ ਚੂਨਾ ਲੈ ਲੈ ਹੇਠਾਂ ਜਾਂਦੀ ਹੈ। ਹੇਠੋਂ ਵਾਧੂ ਸਮਾਨ ਮਿੱਟੀ ਆਦਿਕ ਬਾਹਰ ਟੋਕਰੀਆਂ ਢੋਂਦੀ ਹੈ। ਚੂਨਾ ਈਂਟ ਦੇਤ ਪਹੁੰਚਾਏ। ਚੂਨਾ ਤੇ ਇੱਟਾਂ ਉਹ ਹੇਠਾਂ ਪਹੁੰਚਾਉਂਦੀ ਹੈ। ਤਰੇ ਪ੍ਰੇਮ ਬਹੁ ਚਾਂਪ ਬਧਾਏ। ਤੇ ਮਾਤਾ ਬੜੇ ਉਤਸ਼ਾਹ ਤੇ ਪ੍ਰੇਮ ਦੇ ਸਹਿਤ ਸੇਵਾ ਕਰ ਰਹੀ ਗੋਇੰਦਵਾਲ। ਕਿਹ ਸੋ ਕਰਹਿ ਬੋਲਬੋ ਨਾਹੀ। ਤੇ ਨਾਲ ਹੀ ਇਹ ਕਿਸੇ ਨਾਲ ਬੋਲਦੀ ਵੀ ਨਹੀਂ। ਇੱਕ ਤਾਂ ਹੁੰਦਾ ਨਾ ਮਾਈਆਂ ਸੇਵਾ ਬਹੁਤ ਕਰਦੀਆਂ, ਪਰ ਉੱਥੇ ਨਾਲ ਹੀ ਜਿੰਨੇ ਸਾਰੇ ਉਹ ਨਿੰਦਾ ਚੁਗਲੀ ਤੇ ਆਦਿਕ ਘਰਾਂ ਦੇ ਝਗੜੇ ਕਲੇਸ਼ ਉੱਥੇ ਸਾਰੇ ਹੀ ਇਸ ਤਰ੍ਹਾਂ, ਪਰ ਉਹ ਬੋਲਦੀ ਨਹੀਂ ਕਿਸੇ ਨਾਲ। ਇਹ ਮਾਈ ਸੇਵਾ ਹੈ ਜਿਹੜੀ ਕਿਸੇ ਨਾਲ ਕੋਈ ਬਚਨ ਨਹੀਂ ਕਰਦੀ। ਵਾਹਿਗੁਰੂ 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 ਅੰਤਰਮੁਖੀ ਬਿਰਤੀ ਕਰਕੇ ਬੋਲਦੀ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਸੇਵਾ ਕਰਦੀ ਹੈ ਤੇ ਮਨ ਪਰਮੇਸ਼ਰ ਵਿੱਚ ਜੋੜ ਰੱਖਦੀ ਹੈ, ਬੋਲਦੀ ਨਹੀਂ। ਸਤਿਗੁਰ ਚਰਨ ਧਰਹਿ ਔਰ ਮਾਹੀ। ਤੇ ਮਨ ਵਿੱਚ ਹਿਰਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਰੱਖਦੀ ਹੈ। ਪਰਹਿ ਨਿਸਾ ਹੋਏ ਅੰਤਰ ਧਿਆਨ। ਜਦੋਂ ਰਾਤ ਹੁੰਦੀ ਹੈ ਤੇ ਅੰਤਰ ਧਿਆਨ ਹੋ ਜਾਂਦੀ, ਭਾਵ ਜਦੋਂ ਹਨੇਰਾ ਜਾ ਪੈਂਦਾ ਤੇ ਗੁਪਤ ਹੋ ਜਾਂਦੀ, ਗਾਇਬ ਹੋ ਜਾਂਦੀ ਗੋਇੰਦਵਾਲ ਤੋਂ। ਨਿਜ ਘਰ ਕਾਬਲ ਕਰਹਿ ਪਿਆਨ। ਤੇ ਆਪਦੇ ਕੰਮ ਵਾਸਤੇ, ਭਾਵ ਨਿਜ ਕਰਕੇ ਘਰ ਹੋਊਗਾ, ਘਰ ਨਿਜ ਘਰ ਆਪਦੇ ਘਰ ਨੂੰ ਚਲੀ ਜਾਂਦੀ ਹੈ, ਕਾਬਲ ਨੂੰ। ਇਹ ਮਾਈ ਦਿਨੇ ਸੇਵਾ ਕਰਦੀ ਹੈ, ਸੂਰਜ ਚੜੇ ਤੇ ਪਹਿਲੇ ਆ ਜਾਂਦੀ ਹੈ ਤੇ ਮਾਈ ਸੇਵਾ ਸਾਰੇ ਦਿਨ ਸੇਵਾ ਕਰਕੇ ਸੰਧਿਆ ਹੋਣ ਸਾਰੀ, ਹੁਣ ਕਿੱਥੇ ਗੋਇੰਦਵਾਲ ਸਾਹਿਬ ਹੈ, ਕਿੱਥੇ ਆ ਖਾਲਸਾ ਸੀ ਅਫਗਾਨ ਵਿੱਚ, ਕਾਬਲ ਦਾ ਦੇਸ਼ ਹੈ, ਕਾਬਲ ਦਾ ਸ਼ਹਿਰ ਹੈ, ਉੱਥੇ ਰਾਤ ਪੈਂਦਿਆਂ ਹੀ ਪਹੁੰਚ ਜਾਂਦੀ ਹੈ। ਖਾਨ ਪਾਨ ਸਭ ਕੁਟੰਬ ਸਮੇਤ। ਤੇ ਜਾ ਕੇ ਪਰਿਵਾਰ ਸਾਂਭਦੀ ਹੈ, ਪਰਿਵਾਰ ਦੇ ਖਾਣ ਵਾਸਤੇ ਕੋਈ ਭੋਜਨ ਪ੍ਰਸ਼ਾਦਾ ਤਿਆਰ ਕਰਦੀ ਚੌਂਕੇ ਚੁੱਲ੍ਹੇ ਵਿੱਚ। ਘਰ ਸੁਪਤਾ ਹੈ ਸੋ ਆਪਨ ਨਿਕੇਤ। ਤੇ ਫਿਰ ਇਸੇ ਤਰ੍ਹਾਂ ਆਪਣਾ ਘਰ ਜਿਹੜਾ ਵੈ ਸਾਂਭਦੀ ਹੈ। ਕਰ ਸੁਪਤਾ ਸੇ ਆਪਣ ਨਿਕੇਤ, ਆਪਦੇ ਘਰ ਵਿੱਚ ਇਹਦੇ ਇੱਕ ਕਹਿੰਦੇ ਪੁੱਤਰ ਹੈ ਛੋਟਾ ਜਿਹਾ। ਹੋਤ ਪਰਾਤ ਪੁਨ ਆਏ ਅਚਾਨਕ। ਤੇ ਉਹ ਜਾਂ ਆਪਣਾ ਘਰ ਵੀ ਸਾਂਭਦੀ ਹੈ, ਪੁੱਤਰ ਇਹਦਾ ਛੋਟਾ ਉਹਨੂੰ ਵੀ ਸਾਂਭਦੀ ਹੈ। ਹੋਤ ਪਰਾਤ ਪੁਨ ਆਏ ਅਚਾਨਕ, ਜਦੋਂ ਦਿਨ ਚੜ੍ਹਨ ਲੱਗਦਾ ਇੱਕੋ ਦਮ ਅਚਾਨਕ ਹੀ ਮਾਈ ਸੇਵਾ ਫੇਰ ਇੱਥੇ ਪਹੁੰਚ ਜਾਂਦੀ ਆ ਗੋਇੰਦਵਾਲ। ਕਰਹਿ ਸੇਵ ਸਿਮਰਹਿ ਸ਼੍ਰੀ ਨਾਨਕ। ਸੇਵਾ ਕਰਦੀ ਹੈ ਬੜੀ ਭਾਰੀ ਤੇ ਹਿਰਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਿਮਰਨ ਕਰਦੀ ਹੈ। ਦੇਖਤ ਸਿੱਖ ਅਚੰਭੈ ਰਹੈ। ਸਿੱਖ ਜਿਹੜੇ ਆ ਨਾ, ਇਹ ਮਾਤਾ ਮਾਈ ਸੇਵਾ ਜੀ ਵੱਲ ਵੇਖ ਵੇਖ ਬੜੇ ਹੈਰਾਨ ਹੁੰਦੇ ਆ। ਤਿਸ ਇਸਤਰੀ ਕੋ ਭੇਵ ਨਾ ਲਹੈ। ਤੇ ਆਪਸ ਵਿੱਚ ਗੱਲਾਂ ਕਰਦੇ ਆ ਵੀ ਆ ਜਿਹੜੀ ਮਾਈ ਆਉਂਦੀ ਆ ਕਿੱਥੋਂ ਆਉਂਦੀ ਹੈ, ਕੋਈ ਇਹਦਾ ਭੇਤ ਨਹੀਂ ਪਾਇਆ ਜਾ ਰਿਹਾ। ਸੇਵਾ ਕਰਤੀ ਹਾਥ ਪਸਾਰਹਿ। ਕਿਉਂਕਿ ਕਈ ਵਾਰੀ ਇਹ ਮਾਤਾ ਜਿਹੜੀ ਮਾਈ ਸੇਵਾ ਹੈ
ਸੇਵਾ ਕਰਦੀ ਕਰਦੀ ਸੇਵਾ ਛੱਡ ਕੇ ਤੇ ਇਉਂ ਹੱਥ ਜਿਹੜਾ ਵਾ ਉਹ ਐ ਹਿਲਾਉਣ ਲੱਗ ਜਾਂਦੀ ਹੈ। ਪਲ ਪਲਨਾ ਕੋ ਝੂਲਵਾਨ ਤਾਰ ਹੈ। ਜਿਵੇਂ ਕੋਈ ਆ ਬੱਚੇ ਨੂੰ ਗੋਦੀ 'ਚ ਪਾ ਕੇ ਖਿਡਾਉਂਦਾ ਹੈ, ਜਾਂ ਜਿਵੇਂ ਕੋਈ ਝੱਲੀ ਬੰਨ੍ਹ ਕੇ ਜਾਂ ਪੰਗੂੜੇ ਵਿੱਚ ਝੂਟਾ ਦੇਈਦਾ ਹੈ ਬੱਚਿਆਂ ਨੂੰ, ਇਸ ਤਰ੍ਹਾਂ ਮਾਈ ਹੱਥ ਜੇ ਹਿਲਾਉਣ ਲੱਗ ਜਾਂਦੀ ਹੈ। ਬਹੁਰ ਕਾਰ ਕੋ ਕਰਹਿ ਤੇ ਬਨਾਏ। ਮੁੜ ਕੇ 2-4 ਮਿੰਟ ਬਾਅਦ ਫੇਰ ਆਪਣੀ ਸੇਵਾ ਵਿੱਚ ਲੱਗ ਜਾਂਦੀ ਬਣਾ ਸਵਾਰ। ਪੁਨ ਘਟਿਕਾ ਮਹਿ ਦੇਤ ਚੁਲਾਏ। ਤੇ ਘੜੀ ਕੁ ਬਾਅਦ ਫੇਰ ਇਸ ਤਰ੍ਹਾਂ ਹੀ ਉਹ ਜਿਵੇਂ ਝੂਟਾ ਦਈਦਾ ਬੱਚੇ ਨੂੰ, ਇਸ ਤਰ੍ਹਾਂ ਝੂਲਾ ਚਲਾਉਣ ਵਾਂਗੂ ਹੱਥ ਜੇ ਹਿਲਾਉਣ ਲੱਗ ਜਾਂਦੀ ਹੈ। ਕਹਿਤੇ ਆਵੈ ਜਾਏ ਹਮੇਸ਼ਾ। ਤੇ ਇਹ ਸਿੱਖ ਵਿਚਾਰ ਕਰਦੇ ਆਪਸ ਵਿੱਚ ਵੀ ਇਹ ਮਾਈ ਹੱਥ ਜੇ ਕਿਉਂ ਹਿਲਾਉਂਦੀ। ਘੜੀ ਕੁ ਬਾਅਦ ਫਿਰ ਲੱਗ ਜਾਂਦੀ ਸੇਵਾ ਕਰਨ, ਫਿਰ ਤਾਂ ਉਹਨੂੰ ਹੱਥ ਜੇ ਹਿਲਾਉਣ ਲੱਗ ਪੈਂਦੀ ਹੈ। ਤੇ ਨਾਲ ਹੀ ਇਹ ਹੈ ਵੀ ਕਿੱਥੋਂ ਆਉਂਦੀ ਹੈ ਤੇ ਕਿੱਧਰ ਚਲੇ ਜਾਂਦੀ ਹੈ। ਨਹਿ ਜਾਣਹਿ ਸਭ ਬਿਸਮ ਵਿਸ਼ੇਸ਼। ਵੀ ਇਹ ਵਿਸ਼ੇਸ਼ਤਾ ਹੀ ਮਾਈ ਦੀ ਕੋਈ ਨਹੀਂ ਜਾਣਦਾ ਹੈ ਵੀ ਕਿੱਥੋਂ ਆਉਂਦੀ। ਬਿਸਮ ਹੈਰਾਨ ਹੋ ਰਹੇ ਆ ਸਾਰੇ। ਦੂਜੇ ਹਾਥ ਪਸਾਰਤ ਹੈ ਰਹਿ। ਤੇ ਦੂਜਾ ਇਹ ਇੱਕ ਤਾਂ ਆਉਂਦੀ ਕਿੱਥੋਂ, ਮਾਈ ਜਾਂਦੀ ਕਿੱਥੇ, ਕਦੋਂ ਚਲੀ ਜਾਂਦੀ ਕੋਈ ਪਤਾ ਨਹੀਂ ਲੱਗਦਾ। ਤੇ ਦੂਜੀ ਗੱਲ ਹੈਰਾਨੀ ਵਾਲੀ ਇਹ ਹੈ ਵੀ ਇਹ ਸੇਵਾ ਕਰਦੀ ਮਾਤਾ ਹੱਥ ਜੇ ਕਿਉਂ ਤਾਂ ਕਰਕੇ ਹਿਲਾਉਂਦੀ ਹੈ। ਲਖ ਹੈ ਨਾ ਗਤ ਆਚਰਜ ਵਡੇਰ ਹੈ। ਬੜਾ ਹੈਰਾਨੀ ਵਾਲੀ ਗੱਲ ਹੈ। ਸਿੱਖ ਕਹਿੰਦੇ ਜਾਣਿਆ ਨਹੀਂ ਜਾਂਦਾ ਹੈ, ਬੂਝ ਨਾ ਸਕਹਿ ਪ੍ਰੇਮ ਸੋ ਸੇਵਾ ਹੈ। ਤੇ ਕੋਈ ਜਾਣ ਨਹੀਂ ਸਕਦਾ ਇੰਨੀ ਪ੍ਰੇਮ ਨਾਲ ਬਾਕੀ ਇਹ ਮਾਈ ਸੇਵਾ ਕਰਦੀ ਹੈ। ਕਰਹਿ ਕਾਰ ਕੋ ਲਖ ਹੈ ਨਾ ਪੇਵ ਹੈ। ਤੇ ਨਾ ਹੀ ਪੁੱਛ ਭਾਵ ਬੋਲਦੀ ਵਾ, ਤੇ ਬਹੁਤ ਪ੍ਰੇਮ ਦੇ ਨਾਲ ਜਿਹੜੀ ਹੈ ਉਹ ਸੇਵਾ ਕਰਦੀ ਹੈ। ਕੋਈ ਵੀ ਇਸ ਮਾਈ ਦਾ ਭੇਤ ਨਹੀਂ ਪਾ ਸਕਦਾ, ਨਾ ਹੀ ਜਾਣ ਪਾਇਆ ਹੈ। ਆਪਸ ਮਹਿ ਚਰਚਾ ਬਹ ਕਰਹਿ। ਪਰ ਸਿੱਖ ਜਾਂ ਸੰਗਤਾਂ ਜਿਹੜੀਆਂ ਗੋਇੰਦਵਾਲ ਸੇਵਾ ਕਰਦੀਆਂ ਹੋਰ ਨਗਰਾਂ ਦੀਆਂ, ਸਾਰੀ ਇਹ ਮਾਤਾ ਨੂੰ ਵੇਖ ਵੇਖ ਹੈਰਾਨ ਹੁੰਦੇ ਆ। ਆਪਸ ਵਿੱਚ ਬੜੀ ਹੈਰਾਨ ਹੋ ਕੇ ਗੱਲਾਂ ਕਰਦੇ ਆ ਮਾਈ ਬਾਰੇ ਵੀ ਕਿੱਥੋਂ ਆਉਂਦੀ ਹੈ, ਕਿੱਥੇ ਚਲੇ ਜਾਂਦੀ ਹੈ। ਤੇ ਨਾਲ ਹੀ ਇਹ ਹੱਥ ਜੇ ਤਾਂ ਕਿਉਂ ਕਰਦੀ ਕੁਝ ਸਮੇਂ ਬਾਅਦ। ਇਸ ਤਰ੍ਹਾਂ ਸਾਰੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਆ। ਕਿਸੁ ਕੋ ਕੁਛ ਸਮਝ ਨਾ ਪਰ ਹੈ। ਪਰ ਕਿਸੇ ਨੂੰ ਵੀ ਇਹ ਮਾਤਾ ਦੇ ਹੱਥ ਖੜੇ ਕਰਨ ਦਾ ਜਾਂ ਆਉਣ ਜਾਣ ਦਾ ਕਾਰਨ ਕੋਈ ਭੇਤ ਨਹੀਂ ਪਤਾ ਲੱਗਦਾ। ਅੰਤਰ ਬ੍ਰਿਤ ਇਕਾਗਰ ਸੁਰਤ। ਮਾਤਾ ਦੀ ਬਿਰਤੀ ਬੜੀ ਇਕਾਗਰ ਹੈ ਤੇ ਅੰਤਰਮੁਖੀ ਅੰਤਰ ਧਿਆਨ ਹੋ ਰਹਿੰਦੀ ਹੈ। ਕਾਰ ਕਰਨ ਮਹਿ ਧਰਤੀ ਫੁਰਤ। ਉਹਨੂੰ ਕੋਈ ਪਰਵਾਹ ਨਹੀਂ। ਮਾਤਾ ਮਾਈ ਜਿਹੜੀ ਸੇਵਾ ਹੈ ਇਹ ਚੁੱਪ ਕਰਕੇ ਧਰਤੀ ਪਟਣ ਵਾਲੀ ਕਾਰ ਸੇਵਾ ਜਾਂ ਹੋਰ ਜਿੰਨੀ ਕੁ ਸੇਵਾ ਮਿਲਦੀ ਆ ਉਹ ਕਰੀ ਜਾਂਦੀ ਆ ਦਿਨੇ ਦਿਨੇ। ਨਿਤ ਪ੍ਰਤ ਸੇਵਾ ਮਹਿਤ ਬਾਨੇ। ਬਸ ਕੇਵਲ ਤੇ ਕੇਵਲ ਨਿਤਾ ਪ੍ਰਤੀ ਸੇਵਾ ਦੇ ਵਿੱਚ ਹੀ ਬੜਾ ਪ੍ਰੇਮ ਕੀਤਾ ਹੋਇਆ ਹੈ, ਪ੍ਰੇਮ ਕਰਦੀ ਹੈ। ਬਿਨ ਆਲਸ ਉਦਮ ਬਹੁ ਠਾਨੇ। ਇੱਕ ਆਲਸ ਜਿਹਾ ਕਰਦੇ ਆ ਨਾ, 10 ਮਿੰਟ ਸੇਵਾ ਕੀਤੀ ਤੇ ਉਹ ਟਾਲਾ ਜਿਹਾ ਕਰ ਲੈਂਦੇ ਆ, ਇਸ ਤਰ੍ਹਾਂ ਨਹੀਂ। ਬੜੇ ਉਦਮ ਉਤਸ਼ਾਹ ਨਾਲ ਸਾਰਾ ਦਿਨ ਹੀ ਇਹ ਸੇਵਾ ਕਰੀ ਜਾਂਦੀ ਹੈ। ਬਹੁਤ ਦਿਵਸ ਇਸ ਭਾਂਤ ਬਿਤਾਏ। ਬੜੇ ਦਿਨ ਜਿਹੜੇ ਆ ਇਹ ਸਿੱਖ ਵੇਂਦੇ ਆ ਮਾਈ ਆਉਂਦੀ ਆ ਸੇਵਾ ਕਰਕੇ, ਸ਼ਾਮ ਨੂੰ ਅੰਤਰ ਧਿਆਨ ਗੁਪਤ ਹੋ ਜਾਂਦੀ ਹੈ। ਬੜੇ ਦਿਨ ਇਸ ਤਰ੍ਹਾਂ ਹੀ ਇੱਥੇ ਲੰਘ ਗਏ ਮਾਈ ਸੇਵਾ ਨੂੰ ਸੇਵਾ ਕਰਦਿਆਂ। ਮਿਲ ਸਗਰੇ ਸਤਿਗੁਰ ਪਹਿ ਗਏ। ਸਿੱਖਾਂ ਨੂੰ ਜਦੋਂ ਕੋਈ ਨਾ ਸਮਝ ਪਈ ਤੇ ਸਾਰੇ ਸਿੱਖ ਮਿਲ ਕੇ ਗੁਰੂ ਅਮਰਦਾਸ ਮਹਾਰਾਜ ਪਾਸ ਗਏ ਆ। ਬਿਸਮਤ ਮਤ ਸੋ ਬੂਝਤ ਪਏ। ਹੈਰਾਨੀ ਹੋਈ ਮਤ ਦੇ ਨਾਲ, ਭਾਵ ਹੈਰਾਨ ਜੇ ਹੋ ਕਰਕੇ ਸਿੱਖ ਜਿਹੜੇ ਆ ਸਤਿਗੁਰਾਂ ਨੂੰ ਇਹ ਬੇਨਤੀ ਕਰ ਪੁੱਛਦੇ ਆ, ਹੇ ਪ੍ਰਭ ਜੀ ਆਵਤ ਇਕ ਮਾਈ। ਸਿੱਖ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬੌਲੀ ਦੀ ਸੇਵਾ ਚੱਲਦੀ ਹੈ ਤੇ ਇੱਥੇ ਇੱਕ ਮਾਤਾ ਮਾਈ ਆਉਂਦੀ ਹੈ ਨਿਤ। ਮਿਲਤ ਸਭਨ ਮਹਿ ਕਾਰ ਕਮਾਈ। ਉਹ ਬੜੀ ਮਲਾਪੜੀ ਸਾਰਿਆਂ ਸਿੱਖਾਂ ਵਿੱਚ ਰਲ ਮਿਲ ਕਰਕੇ ਸੇਵਾ ਸਾਰਾ ਦਿਨ ਕਰਦੀ ਵਾ। ਜਾਮਨ ਮਹਿ ਅਲੋਪ ਹੋਏ ਜਾਏ। ਪਰ ਮਹਾਰਾਜ ਇਹ ਸਮਝ ਨਹੀਂ ਆਉਂਦੀ ਵੀ ਜਦੋਂ ਤਰਕਾਲਾਂ ਜੀਆਂ ਹੁੰਦੀਆਂ ਹਨੇਰਾ ਪੈਣ ਦੇ ਨਾਲ ਹੀ ਇੱਕੋ ਵਾਰੀ ਅਲੋਪ ਗੁਪਤ ਹੋ ਜਾਂਦੀ ਹੈ, ਛੁਪ ਜਾਂਦੀ ਹੈ। ਸਭ ਕੇ ਦੇਖਤ ਦਿਖ
ਦੇਖਤ ਨ ਕਾਏ। ਸਾਡੇ ਵੇਖਦਿਆਂ ਵੇਖਦਿਆਂ ਹੀ ਦਿਸਣੋਂ ਹਟ ਜਾਂਦੀ ਹੈ, ਕਿਤੇ ਦਿਸਦੀ ਨਹੀਂ ਹੈ। ਪ੍ਰਾਤ ਹੋਤ ਪ੍ਰਗਟਤ ਪੁਨ ਤੈਸੇ। ਤੇ ਜਿਵੇਂ ਗੁਪਤ ਹੁੰਦੀ ਇੱਕੋ ਵਾਰ ਹੀ, ਉਵੇਂ ਹੀ ਦਿਨ ਚੜ੍ਹਦਿਆਂ ਸਾਰੀ ਫੇਰ ਪ੍ਰਗਟ ਹੋ ਜਾਂਦੀ ਹੈ, ਆ ਜਾਂਦੀ ਹੈ। ਕਰਤ ਕਾਰ ਸਭ ਸਿੱਖਨ ਜੈਸੇ। ਤੇ ਜਿਵੇਂ ਸਾਰੇ ਸਿੱਖ ਸੇਵਾ ਕਰਦੇ ਆ, ਇਹ ਮਾਤਾ ਵੀ ਬੜੀ ਭਾਰੀ ਸੇਵਾ ਕਰਦੀ ਹੈ। ਇਕ ਅਚਰਜ ਪੁਨ ਕਰਤ ਸੋ ਔਰ। ਤੇ ਇੱਕ ਹੋਰ ਮਹਾਰਾਜ ਬੜੀ ਹੈਰਾਨ ਕਰਨ ਵਾਲੀ ਕੌਤਕ ਕੰਮ ਮਾਈ ਕਰਦੀ ਹੈ ਵਿੱਚ ਵਿੱਚ। ਕਾਰ ਕਰਤ ਬੈਠਤ ਜਿਸ ਠਾਰ। ਵੀ ਜਦੋਂ ਇਹ ਮਾਈ ਸੇਵਾ ਕਰਦੀ ਹੈ ਨਾ ਮਹਾਰਾਜ, ਸੇਵਾ ਕਰਦਿਆਂ ਕਰਦਿਆਂ ਕਿਤੇ ਵਿੱਚ ਬੈਠ ਜਾਂਦੀ ਹੈ। ਹਾਥ ਪਸਾਰ ਸੰਕੋਚਤ ਫੇਰ। ਤੇ ਹੱਥ ਜੇ ਖਿਲਾਰਦੀ ਹੈ, ਹਿਲਾਉਂਦੀ ਹੈ ਤੇ ਫੇਰ ਇਕੱਠੇ ਕਰ ਲੈਂਦੀ ਹੈ। ਜਾਣਿਓ ਜਾਏ ਨਹਾਰੇ ਹੀਰ। ਮਹਾਰਾਜ ਅਸੀਂ ਵੇਖ ਵੇਖ ਬੜੇ ਦਿਨਾਂ ਤੋਂ ਹਾਰ ਗਏ ਆ, ਸਾਡੀ ਮੱਤ ਥੋੜੀ ਹੈ ਤੇ ਸਾਥੋਂ ਜਾਣਿਆ ਨਹੀਂ ਜਾਂਦਾ ਵੀ ਮਾਤਾ ਆਉਂਦੀ ਕਦੋਂ ਹੈ ਤੇ ਚਲੇ ਕਿਵੇਂ ਜਾਂਦੀ ਹੈ, ਏਡੀ ਛੇਤੀ ਜਾਂਦੀ ਕਿੱਥੇ ਹੈ। ਤੇ ਦੂਜਾ ਇਹ ਹੈ ਵੀ ਮਹਾਰਾਜ ਹੱਥ ਜੇ ਕਿਉਂ ਹਿਲਾਉਂਦੀ ਸੇਵਾ ਕਰਦੀ ਕਰਦੀ, ਸਾਥੋਂ ਜਾਣਿਆ ਨਹੀਂ ਜਾਂਦਾ ਹੈ। ਬਹੁਤ ਦਿਵਸ ਕੇ ਦੇਖਤ ਰਹੈ। ਅਸੀਂ ਬੜੇ ਦਿਨਾਂ ਦੇ ਇਹ ਵੇਖ ਰਹੇ ਹਾਂ ਕੌਤਕ। ਆਜ ਬੁਝਬ ਤੁਮ ਸੋਚ ਹੈ। ਪਰ ਅੱਜ ਅਸੀਂ ਮਹਾਰਾਜ ਤੁਹਾਥੋਂ ਪੁੱਛਣਾ ਚਾਹੁੰਦੇ ਹਾਂ ਸਾਰਾ ਕੁਝ। ਕੋ ਹੈ ਇਹੋ ਕਿਹੋ ਪੁਰ ਕਰ ਬਸੈ। ਮਹਾਰਾਜ ਕਿਹੜਾ ਪਿੰਡ ਚ ਘਰ ਹੈ ਇਹਦਾ, ਕਿੱਥੋਂ ਦੀ ਮਾਈ ਹੈ, ਕਿੱਥੇ ਵਸਦੀ ਤੇ ਕੌਣ ਹੈ। ਕਿਵੇਂ ਪਹੁੰਚ ਹੈ ਅਰ ਕਿਮ ਨਹਿ ਦਿਸੈ। ਤੇ ਕਿਵੇਂ ਪਹੁੰਚ ਜਾਂਦੀ, ਇੱਕੋ ਵਾਰ ਹੀ ਸੇਵਾ ਚ ਲੱਗ ਜਾਂਦੀ ਹੈ, ਸੇਵਾ ਕਰਦੀ ਕਰਦੀ ਛੁਪ ਜਾਂਦੀ ਹੈ, ਕਿਵੇਂ ਆਉਂਦੀ ਕਿਵੇਂ ਜਾਂਦੀ ਹੈ। ਕਰੁਣਾ ਕਰਹਾ ਬਿਰਤਾਂਤ ਬਤਾਵਹ। ਸਤਿਗੁਰੂ ਜੀ ਕਿਰਪਾ ਕਰੋ ਤੇ ਸਾਰਾ ਬਿਰਤਾਂਤ ਤੇ ਮਾਈ ਦਾ ਦੱਸਣਾ ਕਰੋ। ਸਭ ਸਿੱਖਿਆਨ ਮਨ ਭਰਮ ਮਿਟਾਵਹ। ਸਾਰੇ ਸਿੱਖਾਂ ਦੇ ਮਨ ਵਿੱਚ ਜਿਹੜਾ ਭਰਮ ਪਿਆ ਹੋਇਆ ਹੈ, ਮਾਈ ਦੇ ਪਰਥਾਏ ਆਪ ਜੀ ਮੇਟ ਸਕਦੇ ਹੋ, ਮਿਟਾ ਦਵੋ। ਸੁਨ ਸ੍ਰੀ ਅਮਰ ਦਾਸ ਤਿਨ ਸੰਗ। ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਕਰਿਓ ਸੁਨਾਵਨ ਸਰਬ ਪ੍ਰਸੰਗ। ਸਿੱਖਾਂ ਦੇ ਤਾਂ ਹੀ ਮਹਾਰਾਜ ਨੇ ਮਾਈ ਸੇਵਾ ਦਾ ਸਾਰਾ ਪ੍ਰਸੰਗ ਬਿਰਤਾਂਤ ਸੁਣਾਇਆ ਹੈ।